ਮੈਂ ਪਰੇਸ਼ਾਨ ਬੈਠੀ ਹੋਈ ਸੀ ਤੇ ਆਪਣੀ ਜ਼ਿੰਦਗੀ ਬਾਰੇ ਵਿੱਚ ਸੋਚ ਰਹੀ ਸੀ। ਮੈਂ ਸੋਚਿਆ ਕੀ ਸੀ ਤੇ ਹੋ ਕੀ ਗਿਆ ਸੀ। ਮੇਰੇ ਹਰ ਪਾਸੇ ਮਾਯੂਸੀ ਫੈਲੀ ਹੋਈ ਸੀ। ਮੈਂ ਇੰਨਾ ਰੋਜ਼-ਰੋਜ਼ ਦੀ ਲੜਾਈ ਝਗੜਿਆਂ ਤੋਂ ਤੰਗ ਆ ਗਈ ਸੀ। ਮੈਂ ਆਪਣੀ ਜਠਾਣੀ ਨੂੰ ਵਿਹੜੇ 'ਚ ਚੱਲਦੇ ਫਿਰਦੇ ਦੇਖਿਆ। ਉਸ ਨੂੰ ਦੇਖ ਕੇ ਮੈਨੂੰ ਰਾਤ ਵਾਲਾ ਉਹ ਹਾਦਸਾ ਯਾਦ ਆ ਗਿਆ, ਜਿਸ ਨੂੰ ਯਾਦ ਕਰਕੇ ਮੇਰੀਆਂ ਅੱਖਾਂ 'ਚੋਂ ਹੰਝੂ ਆ ਗਏ। ਮੈਂ ਜਿਵੇਂ ਹੀ ਆਪਣੀ ਨਨਾਣ ਦੇ ਮੁੰਡੇ ਨੂੰ ਪਿਆਰ ਕਰਨ ਲੱਗੀ, ਮੇਰੀ ਜਠਾਣੀ ਬਹੁਤ ਹੀ ਜ਼ਹਿਰੀਲੇ ਸ਼ਬਦਾਂ ਵਿੱਚ ਬੋਲੀ, ਜੇ ਤੂੰ ਬਾਂਝ ਨਾ ਹੁੰਦੀ ਤਾਂ ਅੱਜ ਤੇਰੇ ਵੀ ਆਪਣੇ ਬੱਚੇ ਹੁੰਦੇ। ਇਹ ਸੁਣ ਕੇ ਮੈਨੂੰ ਗੁੱਸਾ ਆ ਗਿਆ ਤੇ ਮੈਂ ਕਿਹਾ ਕਿ ਤੁਹਾਨੂੰ ਕਿਸ ਨੇ ਕਿਹਾ ਕਿ ਮੈਂ ਬਾਂਝ ਹਾਂ। ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੀ, ਜਿਸ ਦੇ 6 ਸਾਲ ਤੱਕ ਕੋਈ ਔਲਾਦ ਨਾ ਹੋਵੇ ਤਾਂ ਉਸ ਦਾ ਇਹੀ ਮਤਲਬ ਹੁੰਦਾ ਹੈ। ਉਹ ਤਾਂ ਤੇਰਾ ਪਤੀ ਚੰਗਾ ਹੈ ਤੇ ਤੈਨੂੰ ਪਿਆਰ ਕਰਦਾ ਹੈ, ਇਸ ਲਈ ਉਸਨੇ ਤੈਨੂੰ ਕਦੇ ਵੀ ਕੁਝ ਨਹੀਂ ਕਿਹਾ। ਪਰ ਮੈਂ ਜਾਣਦੀ ਹਾਂ ਇਹ ਸਭ ਕੁਝ ਤੂੰ ਸਾਡੇ ਤੋਂ ਛੁਪਾ ਰਹੀ ਹੈ, ਪਰ ਇਹ ਜ਼ਿਆਦਾ ਸਮੇਂ ਤੱਕ ਨਹੀਂ ਚੱਲੇਗਾ। ਤੇਰੇ ਪਤੀ ਦੀ ਮਾਂ ਮੈਂ ਹੀ ਹਾਂ, ਮੈਂ ਹੀ ਉਸ ਦੀ ਪਰਵਰਿਸ਼ ਕੀਤੀ ਹੈ। ਜੇ ਇਹੀ ਸਭ ਚੱਲਦਾ ਰਿਹਾ ਤਾਂ ਮੈਂ ਉਸ ਦਾ ਵਿਆਹ ਕਿਸੇ ਹੋਰ ਕੁੜੀ ਨਾਲ ਕਰਵਾ ਦੇਵਾਂਗੀ ਜੋ ਉਸ ਨੂੰ ਬੱਚਾ ਦੇ ਸਕਦੀ ਹੋਵੇ। ਆਪਣੀ ਜਠਾਣੀ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ 'ਚ ਹੰਝੂ ਆ ਗਏ ਤੇ ਮੈਂ ਭੱਜਦੀ ਹੋਈ ਆਪਣੇ ਕਮਰੇ 'ਚ ਚਲੀ ਆਈ। ਹੁਣ ਕੁਝ ਵੀ ਹੋ ਜਾਏ, ਮੈਂ ਸਾਬਿਤ ਕਰਕੇ ਰਹਾਂਗੀ ਕਿ ਮੈਂ ਬਾਂਝ ਨਹੀਂ ਹਾਂ। ਮੈਂ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ ਜੋ ਡਾਕਟਰ ਸੀ। ਮੈਂ ਉਸ ਨੂੰ ਕਿਹਾ ਕਿ ਤੂੰ ਕੱਲ ਫਰੀ ਹੈ। ਮੇਰੀ ਗੱਲ ਸੁਣ ਕੇ ਉਹ ਮੈਨੂੰ ਕਹਿਣ ਲੱਗੀ, ਸਭ ਠੀਕ ਤਾਂ ਹੈ, ਤੇਰੀ ਤਬੀਅਤ ਤਾਂ ਠੀਕ ਹੈ। ਉਹ ਮੇਰੀ ਬਹੁਤ ਚੰਗੀ ਦੋਸਤ ਸੀ। ਮੈਂ ਕਿਹਾ ਹਾਂ, ਖੈਰੀਅਤ ਹੈ, ਮੈਂ ਆਪਣੇ ਕੁਝ ਟੈਸਟ ਕਰਵਾਉਣੇ ਹਨ। ਮੇਰੀ ਗੱਲ ਸੁਣ ਕੇ ਉਹ ਕੁਝ ਪਲ ਲਈ ਖਾਮੋਸ਼ ਹੋ ਗਈ ਤੇ ਫਿਰ ਕਹਿਣ ਲੱਗੀ, ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਉਹ ਔਰਤ ਮੈਨੂੰ ਠੀਕ ਨਹੀਂ ਲੱਗਦੀ। ਮੈਂ ਤੈਨੂੰ ਪਹਿਲਾਂ ਹੀ ਖਬਰਦਾਰ ਕੀਤਾ ਸੀ। ਤੂੰ ਆਪਣੇ ਪਤੀ ਨੂੰ ਕਹਿ ਕੇ ਵੱਖਰਾ ਕਰ ਕਿਉਂ ਨਹੀਂ ਲੈ ਲੈਂਦੀ? ਇਹਨਾਂ ਲੜਾਈ ਝਗੜਿਆਂ ਤੋਂ ਜਾਨ ਛੁੱਟ ਜਾਵੇਗੀ। ਉਸ ਦੀਆਂ ਗੱਲਾਂ ਸੁਣ ਕੇ ਮੈਂ ਕੁਝ ਦੇਰ ਲਈ ਖਾਮੋਸ਼ ਹੋ ਗਈ। ਹੁਣ ਮੈਂ ਉਸ ਨੂੰ ਕੀ ਦੱਸਦੀ ਕਿ ਮੈਂ ਆਪਣੇ ਪਤੀ ਨਾਲ ਇਸ ਬਾਰੇ ਗੱਲ ਕੀਤੀ ਸੀ, ਪਰ ਉਸਨੇ ਮੈਨੂੰ ਸਾਫ਼ ਮਨਾ ਕਰ ਦਿੱਤਾ। ਉਹ ਕਹਿੰਦਾ ਸੀ ਕਿ ਆਪਣਾ ਲੜਾਈ ਝਗੜਾ ਖੁਦ ਹੀ ਖਤਮ ਕਰੋ, ਮੈਨੂੰ ਇਹਨਾਂ ਮਾਮਲਿਆਂ 'ਚ ਨਾ ਘਸੀਟੋ। ਬਾਹਰ ਦੇ ਕੰਮ ਕਿਹੜਾ ਘੱਟ ਹੁੰਦੇ ਹਨ ਜੋ ਮੈਂ ਤੁਹਾਡੇ ਲੋਕਾਂ ਦੇ ਇਹਨਾਂ ਝਗੜਿਆਂ ਵਿੱਚ ਵੀ ਦਿਲਚਸਪੀ ਲੈਣਾ ਸ਼ੁਰੂ ਕਰ ਦਿਆਂ ਤੇ ਆਪਣਾ ਦਿਮਾਗ ਖਰਾਬ ਕਰਕੇ ਬੈਠ ਜਾਵਾਂ। ਹੁਣ ਮੈਂ ਆਪਣੇ ਪਤੀ ਨੂੰ ਕੁਝ ਵੀ ਕਹਿਣਾ ਛੱਡ ਦਿੱਤਾ ਸੀ, ਪਰ ਮੇਰਾ ਪਤੀ ਪਹਿਲਾਂ ਹੀ ਆਪਣੇ ਆਫਿਸ ਚਲਾ ਗਿਆ ਸੀ। ਮੈਂ ਸੋ ਕੇ ਉੱਠੀ ਤਾਂ ਮੇਰੀ ਜਠਾਣੀ ਕਿਚਨ 'ਚ ਸੀ। ਮੈਨੂੰ ਦੇਖਦੇ ਹੀ ਸ਼ੁਰੂ ਹੋ ਗਈ। ਖੁੱਲ੍ਹ ਗਈ ਮਹਾਰਾਣੀ ਦੀ ਅੱਖ। ਹੁਣ ਇਹ ਤੇਰਾ ਪੇਕਾ ਘਰ ਨਹੀਂ ਹੈ, ਬਲਕਿ ਸਹੁਰਾ ਘਰ ਹੈ, ਤੇ ਨਾ ਹੀ ਇੱਥੇ ਤੇਰੇ ਨਖਰੇ ਉਠਾਉਣ ਲਈ ਤੇਰੀ ਮਾਂ ਮੌਜੂਦ ਹੈ। ਮੈਂ 2-3 ਵਾਰ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦਾ ਰਵੱਈਆ ਬਹੁਤ ਹੀ ਖਰਾਬ ਰਹਿੰਦਾ ਸੀ। ਫਿਰ ਉਸ ਦੀਆਂ ਹਰਕਤਾਂ ਤੋਂ ਮੈਨੂੰ ਮਹਿਸੂਸ ਹੋਣ ਲੱਗਾ ਕਿ ਉਹ ਮੈਨੂੰ ਪਸੰਦ ਨਹੀਂ ਕਰਦੀ। ਉਸ ਦੀ ਹਰ ਮੁਮਕਿਨ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮੇਰੀ ਬੇਇੱਜ਼ਤੀ ਕਰਵਾਉਂਦੀ ਰਹੇ, ਪਰ ਮੈਂ ਹਮੇਸ਼ਾ ਬਚ ਜਾਂਦੀ ਸੀ। ਹੁਣ ਮੈਂ ਉਸ ਤੋਂ ਦੂਰ ਹੀ ਰਹਿਣ ਲੱਗੀ ਸੀ। ਇੱਕ ਦਿਨ ਮੇਰੀ ਇੱਕ ਦੋਸਤ ਮੇਰੇ ਕੋਲ ਭੱਜਦੀ ਹੋਈ ਆਈ ਤੇ ਮੈਨੂੰ ਕਹਿਣ ਲੱਗੀ, ਸੋਨੀਆ ਨੇ ਤੈਨੂੰ ਹਰ ਜਗ੍ਹਾ ਬਦਨਾਮ ਕਰ ਦਿੱਤਾ ਹੈ। ਉਸ ਦੀ ਗੱਲ ਸੁਣ ਕੇ ਮੈਂ ਘਬਰਾ ਗਈ। ਬਾਅਦ 'ਚ ਮੈਨੂੰ ਪਤਾ ਚੱਲਿਆ ਕਿ ਉਹ ਮੇਰੇ ਲੋਫਰ ਮੰਗੇਤਰ ਦਾ ਨਾਮ ਮੇਰੇ ਨਾਲ ਜੋੜ ਕੇ ਹਰ ਕਿਸੇ ਨੂੰ ਦੱਸ ਰਹੀ ਸੀ ਕਿ ਇਹ ਕਿਸ ਕਦਰ ਬੁਰੇ ਲੋਕ ਹਨ। ਉਸ ਦੀਆਂ ਗੱਲਾਂ ਸੁਣਨ ਤੋਂ ਬਾਅਦ ਮੈਂ ਸਿੱਧੀ ਪ੍ਰਿੰਸੀਪਲ ਦੇ ਆਫਿਸ ਚਲੀ ਗਈ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ। ਫਿਰ ਉਸਨੇ ਸਭ ਦੇ ਸਾਹਮਣੇ ਮੈਥੋਂ ਮਾਫੀ ਮੰਗੀ ਸੀ। ਉਸਨੇ ਫਿਰ ਮੇਰੇ ਨਾਲ ਦੋਸਤੀ ਕਰ ਲਈ। ਮੈਂ ਨਹੀਂ ਜਾਣਦੀ ਸੀ ਕਿ ਉਹ ਆਸਤੀਨ ਦਾ ਸੱਪ ਹੈ। ਉਹ ਹੁਣ ਵੀ ਮੇਰੀ ਦੁਸ਼ਮਣ ਹੈ। ਉਸਨੇ ਮੇਰੇ ਘਰ 'ਚ ਵੀ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਸੀ। ਇੱਕ ਦਿਨ ਉਹ ਮੇਰੇ ਘਰ ਤੋਂ ਨਿਕਲ ਰਹੀ ਸੀ, ਉਦੋਂ ਮੇਰਾ ਮੰਗੇਤਰ ਘਰ ਦੇ ਅੰਦਰ ਦਾਖਲ ਹੋ ਰਿਹਾ ਸੀ। ਮੇਰਾ ਮੰਗੇਤਰ ਸੀ ਤਾਂ ਲੋਫਰ, ਪਰ ਉਹ ਬੇਹੱਦ ਖੂਬਸੂਰਤ ਤੇ ਹੈਂਡਸਮ ਸੀ। ਸਾਡੇ ਖਾਨਦਾਨ ਵਿੱਚ 18 ਸਾਲ ਦੀ ਉਮਰ ਵਿੱਚ ਕੁੜੀਆਂ ਦਾ ਵਿਆਹ ਕਰਨ ਦਾ ਰਿਵਾਜ ਸੀ। ਮੇਰੀ ਉਮਰ ਵੀ 17 ਸਾਲ ਹੋ ਚੁੱਕੀ ਸੀ। ਮੈਨੂੰ ਪਤਾ ਸੀ ਕਿ ਅਗਲੇ ਸਾਲ ਤੱਕ ਮੇਰਾ ਵੀ ਵਿਆਹ ਹੋ ਜਾਵੇਗਾ। ਮੈਂ ਚਾਹੁੰਦੀ ਸੀ ਕਿ ਕੁਝ ਅਜਿਹਾ ਹੋ ਜਾਵੇ ਕਿ ਮੇਰਾ ਵਿਆਹ ਰੁਕ ਜਾਏ ਤੇ ਮੈਂ ਅੱਗੇ ਪੜ੍ਹ ਸਕਾਂ, ਕਿਉਂਕਿ ਮੈਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਤੇ ਮੈਨੂੰ ਵਿਸ਼ਵਾਸ ਸੀ ਕਿ ਮੈਨੂੰ ਸਕਾਲਰਸ਼ਿਪ ਮਿਲ ਜਾਵੇਗੀ। ਮੈਨੂੰ ਬਸ ਆਪਣੇ ਮੰਮੀ ਪਾਪਾ ਦੀ ਆਗਿਆ ਦੀ ਜ਼ਰੂਰਤ ਸੀ, ਪਰ ਮੈਂ ਆਗਿਆ ਲੈਂਦੇ ਹੋਏ ਡਰ ਰਹੀ ਸੀ। ਅਗਲੇ ਹੀ ਦਿਨ ਮੇਰੀ ਹੋਣ ਵਾਲੀ ਸੱਸ ਮੇਰੇ ਘਰ ਆਈ ਤੇ ਉਹ ਮੇਰੇ ਰਿਸ਼ਤੇ ਦੀ ਗੱਲ ਨੂੰ ਦੁਹਰਾਉਣ ਲੱਗੀ। ਅਗਲੇ ਸਾਲ ਸਾਡੀ ਧੀ ਇਸ ਵਕਤ ਸਾਡੇ ਨਾਲ ਹੋਵੇਗੀ। ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਚਿੜ ਹੋ ਰਹੀ ਸੀ। ਮੈਨੂੰ ਉਸਦੇ ਬੇਟੇ ਵਿੱਚ ਜਰਾ ਵੀ ਦਿਲਚਸਪੀ ਨਹੀਂ ਸੀ, ਪਰ ਇੱਕ ਗੱਲ ਜੋ ਮੈਂ ਅੱਜਕੱਲ ਨੋਟ ਕਰ ਰਹੀ ਸੀ ਉਹ ਇਹ ਸੀ ਕਿ
ਮੇਰੇ ਮੰਗੇਤਰ ਨੇ ਹੁਣ ਮੈਨੂੰ ਤੰਗ ਕਰਨਾ ਛੱਡ ਦਿੱਤਾ ਸੀ। ਹੁਣ ਉਹ ਕੱਲ ਜਾਂਦੇ ਹੋਏ ਮੇਰਾ ਰਸਤਾ ਨਹੀਂ ਰੋਕਦਾ ਸੀ ਤੇ ਨਾ ਹੀ ਮੇਰੇ ਘਰ ਆ ਕੇ ਮੈਨੂੰ ਛੇੜਦਾ ਸੀ। ਇਹ ਗੱਲ ਮੈਨੂੰ ਥੋੜੀ ਹੈਰਾਨ ਕਰ ਰਹੀ ਸੀ, ਪਰ ਮੈਂ ਖੁਸ਼ ਸੀ ਕਿ ਸ਼ਾਇਦ ਉਹ ਸੁਧਰ ਗਿਆ ਹੈ। ਪਰ ਮਾਮਲਾ ਤਾਂ ਕੁਝ ਹੋਰ ਹੀ ਸੀ। ਇੱਕ ਦਿਨ ਮੈਂ ਆਪਣੇ ਹੋਣ ਵਾਲੇ ਸਹੁਰੇ ਘਰ ਗਈ ਹੋਈ ਸੀ। ਉਹਨਾਂ ਲੋਕਾਂ ਦਾ ਵੀ ਸਾਡੇ ਘਰ ਆਉਣਾ ਜਾਣਾ ਸੀ, ਕਿਉਂਕਿ ਪਾਪਾ ਦੀ ਉਹਨਾਂ ਨਾਲ ਬਹੁਤ ਹੀ ਚੰਗੀ ਦੋਸਤੀ ਸੀ ਤੇ ਮੈਂ ਵੀ ਉਹਨਾਂ ਦੇ ਘਰ ਚਲੀ ਜਾਇਆ ਕਰਦੀ ਸੀ ਤੇ ਮੇਰਾ ਮੰਗੇਤਰ ਵੀ ਮੇਰੇ ਘਰ ਆ ਜਾਇਆ ਕਰਦਾ ਸੀ। ਉਸ ਦਿਨ ਵੀ ਮੈਂ ਆਪਣੇ ਹੋਣ ਵਾਲੇ ਸਹੁਰੇ ਘਰ ਗਈ ਹੋਈ ਸੀ। ਮੈਂ ਆਪਣੀ ਹੋਣ ਵਾਲੀ ਸੱਸ ਨੂੰ ਕੁਝ ਸਾਮਾਨ ਦੇਣਾ ਸੀ। ਮੈਂ ਦੇਖਿਆ ਕਿ ਮੇਰਾ ਮੰਗੇਤਰ ਛੱਤ ਤੇ ਬੈਠਾ ਫੋਨ ਤੇ ਕਿਸੇ ਨਾਲ ਗੱਲ ਕਰ ਰਿਹਾ ਸੀ। ਉਸ ਦੇ ਚਿਹਰੇ ਤੇ ਬਹੁਤ ਹੀ ਖੂਬਸੂਰਤ ਮੁਸਕਾਨ ਸਜੀ ਹੋਈ ਸੀ। ਮੈਨੂੰ ਦੇਖ ਕੇ ਵੀ ਉਸਨੇ ਕੋਈ ਰਿਸਪੌਂਸ ਨਹੀਂ ਦਿੱਤਾ ਤੇ ਦੁਬਾਰਾ ਤੋਂ ਫੋਨ ਵਿੱਚ ਬਿਜੀ ਹੋ ਗਿਆ। ਉਸ ਦੀ ਹਰਕਤ ਦੇਖ ਕੇ ਮੈਨੂੰ ਬਹੁਤ ਹੱਸੀ ਆਈ ਸੀ, ਪਰ ਮੈਂ ਆਪਣੀ ਸੱਸ ਨੂੰ ਸਾਮਾਨ ਦੇ ਕੇ ਘਰ ਵਾਪਸ ਆ ਗਈ। 1-2 ਦਿਨ ਦੇ ਬਾਅਦ ਮੈਨੂੰ ਫਿਰ ਆਪਣੇ ਸਹੁਰੇ ਘਰ ਜਾਣਾ ਪਿਆ। ਮੈਂ ਹਾਲੇ ਗਲੀ 'ਚ ਹੀ ਸੀ ਕਿ ਉਦੋਂ ਮੈਨੂੰ ਆਪਣੇ ਮੰਗੇਤਰ ਦੀ ਚਿੱਲਾਉਣ ਦੀ ਆਵਾਜ਼ ਆਈ। ਉਹ ਕਹਿ ਰਿਹਾ ਸੀ ਕਿ ਮੈਂ ਕਿਸੇ ਵੀ ਸੂਰਤ ਜੋਤੀ ਨਾਲ ਵਿਆਹ ਨਹੀਂ ਕਰਾਂਗਾ, ਮੈਂ ਕਿਸੇ ਹੋਰ ਨੂੰ ਪਸੰਦ ਕਰਦਾ ਹਾਂ। ਮੇਰੀ ਸੱਸ ਉਸ ਨੂੰ ਕਹਿ ਰਹੀ ਸੀ, ਦਿਮਾਗ ਖਰਾਬ ਹੋ ਗਿਆ ਹੈ ਤੇਰਾ? ਪਹਿਲਾਂ ਤਾਂ ਤੂੰ ਹਰ ਸਮੇਂ ਉਸ ਦਾ ਨਾਂ ਜਪਦਾ ਰਹਿੰਦਾ ਸੀ, ਹੁਣ ਅਜਿਹਾ ਕੀ ਹੋ ਗਿਆ ਜੋ ਉਹ ਤੈਨੂੰ ਪਸੰਦ ਨਹੀਂ ਰਹੀ? ਮੇਰਾ ਮੰਗੇਤਰ ਬੋਲਿਆ, ਮੈਂ ਨਹੀਂ ਜਾਣਦਾ, ਬਸ ਉਹ ਮੇਰੇ ਨਾਲ ਬਦਤਮੀਜ਼ੀ ਨਾਲ ਗੱਲ ਕਰਦੀ ਹੈ ਤੇ ਮੇਰੀ ਕਿਸੇ ਵੀ ਗੱਲ ਦਾ ਸਿੱਧੇ ਮੂੰਹ ਜਵਾਬ ਨਹੀਂ ਦਿੰਦੀ ਤੇ ਮੈਨੂੰ ਅਜਿਹੀ ਪਤਨੀ ਹਰਗਿਜ਼ ਨਹੀਂ ਚਾਹੀਦੀ, ਬਲਕਿ ਮੈਨੂੰ ਤਾਂ ਅਜਿਹੀ ਪਤਨੀ ਚਾਹੀਦੀ ਹੈ ਜੋ ਮੇਰੀ ਹਰ ਗੱਲ ਮੰਨੇ ਤੇ ਮੇਰੇ ਨਾਲ ਇੱਜ਼ਤ ਨਾਲ ਗੱਲ ਕਰੇ। ਉਸ ਦੀ ਗੱਲ ਸੁਣ ਕੇ ਮੇਰਾ ਮੂੰਹ ਖੁੱਲ੍ਹਾ ਦਾ ਖੁੱਲ੍ਹਾ ਰਹਿ ਗਿਆ। ਮੈਂ ਤਾਂ ਕਦੇ ਉਸ ਨਾਲ ਗੱਲ ਕੀਤੀ ਹੀ ਨਹੀਂ ਸੀ। ਬਦਤਮੀਜ਼ੀ ਤਾਂ ਦੂਰ ਦੀ ਗੱਲ ਸੀ। ਮੇਰੀ ਸੱਸ ਉਸ ਨੂੰ ਸਮਝਾਉਣ ਲੱਗੀ ਤੇ ਉਸ ਦੀਆਂ ਮਿਹਨਤਾਂ ਕਰਨ ਲੱਗੀ, ਪਰ ਉਹ ਕੋਈ ਵੀ ਗੱਲ ਨਹੀਂ ਸੁਣ ਰਿਹਾ ਸੀ। ਮੈਂ ਸਿਰਫ ਇਹ ਸੁਣਨਾ ਚਾਹੁੰਦੀ ਸੀ ਕਿ ਆਖਰ ਉਹ ਕੌਣ ਹੈ ਜਿਸ ਦੇ ਪਿੱਛੇ ਇਹ ਇੰਨਾ ਪਾਗਲ ਹੋ ਰਿਹਾ ਹੈ। ਫਿਰ ਮੇਰੀ ਇਹ ਇੱਛਾ ਵੀ ਪੂਰੀ ਹੋ ਗਈ ਜਦ ਮੇਰੀ ਸੱਸ ਨੇ ਮੇਰੇ ਮੰਗੇਤਰ ਨੂੰ ਪੁੱਛਿਆ ਕਿ ਉਹ ਕੌਣ ਹੈ। ਉਸ ਦਾ ਨਾਂ ਸੁਣ ਕੇ ਮੈਨੂੰ ਲੱਗਾ ਜਿਵੇਂ ਮੇਰੇ ਸਿਰ ਤੇ ਅਸਮਾਨ ਡਿੱਗ ਪਿਆ ਹੋਏ। ਉਹ ਕੋਈ ਹੋਰ ਨਹੀਂ ਬਲਕਿ ਮੇਰੀ ਦੋਸਤ ਸੋਨੀਆ ਸੀ। ਹੁਣ ਮੈਨੂੰ ਸਾਰੀ ਕਹਾਣੀ ਸਮਝ ਆ ਗਈ ਸੀ। ਯਕੀਨਨ ਉਹ ਮੇਰੇ ਤੋਂ ਬਦਲਾ ਲੈਣਾ ਚਾਹੁੰਦੀ ਸੀ। ਉਹ ਇਹ ਸਮਝ ਰਹੀ ਸੀ ਕਿ ਮੇਰਾ ਮੰਗੇਤਰ ਮੇਰੇ ਤੋਂ ਖੋ ਕੇ ਉਸਨੇ ਮੈਨੂੰ ਹਰਾ ਦਿੱਤਾ ਹੈ, ਜਦਕਿ ਉਸਨੇ ਮੇਰੀ ਸਭ ਤੋਂ ਵੱਡੀ ਮੁਸ਼ਕਿਲ ਨੂੰ ਆਸਾਨ ਕਰ ਦਿੱਤਾ ਸੀ। ਹੁਣ ਮੈਂ ਇਸ ਸਮੇਂ ਦਾ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਮੇਰੀ ਸੱਸ ਆਈ ਤੇ ਮੰਗਣੀ ਤੋੜ ਕੇ ਜਾਏ। ਮੰਗਣੀ ਟੁੱਟਣ ਦੇ ਫੌਰਨ ਬਾਅਦ ਹੀ ਮੈਂ ਆਪਣੇ ਘਰ ਵਾਲਿਆਂ ਨੂੰ ਜਜ਼ਬਾਤੀ ਬਲੇਕਮੇਲ ਕਰਨਾ ਸੀ ਤੇ ਅੱਗੇ ਪੜ੍ਹਨ ਲਈ ਇਜਾਜ਼ਤ ਲੈਣੀ ਸੀ। ਮੇਰੀ ਮੰਮੀ ਕਾਫੀ ਪਰੇਸ਼ਾਨ ਸੀ ਕਿਉਂਕਿ ਕੁਝ ਦਿਨਾਂ ਤੋਂ ਮੇਰੀ ਸੱਸ ਨੇ ਸਾਡੇ ਘਰ ਆਉਣਾ ਬੰਦ ਕਰ ਦਿੱਤਾ ਸੀ। ਨਾ ਜਾਣੇ ਅਜੇ ਕੀ ਗੱਲ ਹੈ। ਪਹਿਲਾਂ ਤਾਂ ਉਹ ਹਮੇਸ਼ਾ ਹੀ ਇੱਥੇ ਆਉਂਦੀ ਜਾਂਦੀ ਸੀ। ਮੇਰੀ ਮੰਮੀ ਮੈਨੂੰ ਪੁੱਛ ਰਹੀ ਸੀ ਤੇ ਮੈਂ ਬਸ ਇਵੇਂ ਹੀ ਮੋਢੇ ਚੜਾ ਦਿੱਤੇ। ਫਿਰ ਅਚਾਨਕ ਮੇਰੀ ਸੱਸ ਘਰ ਦੇ ਅੰਦਰ ਦਾਖਲ ਹੋਈ। ਉਹ ਸ਼ਕਲ ਤੋਂ ਕਾਫੀ ਪਰੇਸ਼ਾਨ ਲੱਗ ਰਹੀ ਸੀ। ਉਹ ਜਾ ਕੇ ਮੇਰੀ ਮਾਂ ਕੋਲ ਬੈਠ ਗਈ ਤੇ ਕਹਿਣ ਲੱਗੀ ਕਿ ਮੈਨੂੰ ਮਾਫ ਕਰ ਦਿਓ। ਨਾਲ ਹੀ ਨਾਲ ਉਹ ਰੋਂਦੀ ਵੀ ਜਾ ਰਹੀ ਸੀ। ਮੈਨੂੰ ਬਹੁਤ ਦੁੱਖ ਹੋ ਰਿਹਾ ਸੀ। ਉਹ ਆਪਣੇ ਬੇਟੇ ਦੀ ਵਜ੍ਹਾ ਨਾਲ ਕਿੰਨੀ ਮਜਬੂਰ ਸੀ। ਔਲਾਦ ਮਾਂ-ਬਾਪ ਤੋਂ ਨਾ ਜਾਣੇ ਕੀ ਕਰਵਾ ਲੈਂਦੀ ਹੈ। ਫਿਰ ਉਹਨਾਂ ਨੇ ਮੇਰੀ ਮਾਂ ਨੂੰ ਸਾਰੀ ਗੱਲ ਦੱਸੀ ਕਿ ਮੇਰਾ ਬੇਟਾ ਜੋਤੀ ਤੋਂ ਵਿਆਹ ਕਰਨ ਲਈ ਰਾਜ਼ੀ ਨਹੀਂ ਹੋ ਰਿਹਾ। ਉਹ ਕਿਸੇ ਹੋਰ ਕੁੜੀ ਨੂੰ ਪਸੰਦ ਕਰਨ ਲੱਗਾ ਹੈ ਤੇ ਨਾ ਜਾਣੇ ਉਹ ਕੁੜੀ ਕੌਣ ਹੈ। ਮੈਂ ਤਾਂ ਉਸ ਦਾ ਨਾਂ ਵੀ ਪਹਿਲੀ ਵਾਰ ਸੁਣਿਆ ਹੈ। ਤਾਂ ਮੈਂ ਆਪਣੀ ਸੱਸ ਨੂੰ ਦੱਸਿਆ ਕਿ ਉਹ ਮੇਰੇ ਹੀ ਕਾਲਜ 'ਚ ਪੜ੍ਹਦੀ ਹੈ। ਮੇਰੀ ਗੱਲ ਸੁਣ ਕੇ ਮੇਰੀ ਸੱਸ ਹੈਰਾਨ ਹੋ ਗਈ ਕਿ ਤੈਨੂੰ ਕਿਵੇਂ ਪਤਾ? ਮੈਂ ਦੱਸਿਆ ਕਿ ਮੈਂ ਸਾਰੀ ਗੱਲਾਂ ਸੁਣ ਲਈ ਹੈ। ਮੇਰੇ ਪਾਪਾ ਇਹ ਸੁਣ ਕੇ ਬਹੁਤ ਹੀ ਗੁੱਸੇ 'ਚ ਆ ਗਏ ਸੀ, ਪਰ ਹੁਣ ਉਹ ਕਰ ਵੀ ਕੀ ਸਕਦੇ ਸੀ ਜਦੋਂ ਮੁੰਡਾ ਹੀ ਰਾਜ਼ੀ ਨਹੀਂ ਸੀ। ਸਾਡਾ ਇੱਕ ਘਰ ਸ਼ਹਿਰ ਵਿੱਚ ਵੀ ਸੀ। ਮੈਂ ਆਪਣੇ ਪਾਪਾ ਤੋਂ ਜਿੱਦ ਕੀਤੀ ਕਿ ਅਸੀਂ ਰਹਿਣ ਲਈ ਸ਼ਹਿਰ ਚੱਲਦੇ ਹਾਂ। ਪਾਪਾ ਮੇਰੀ ਗੱਲ ਮੰਨ ਗਏ। ਅਸੀਂ ਸ਼ਹਿਰ ਚਲੇ ਆਏ। ਇੱਥੇ ਆ ਕੇ ਮੇਰੀ ਮੰਮੀ ਨੇ ਇੱਕ ਸਿਲਾਈ ਸੈਂਟਰ ਖੋਲ੍ਹਿਆ ਸੀ ਜੋ ਬਹੁਤ ਚੰਗੀ ਤਰ੍ਹਾਂ ਨਾਲ ਚੱਲਣ ਲੱਗਾ ਸੀ ਤੇ ਸਾਡੇ ਘਰ ਦੇ ਹਾਲਾਤ ਪਹਿਲਾਂ ਨਾਲੋਂ ਚੰਗੇ ਹੋ ਗਏ ਸੀ। ਮੈਂ ਆਪਣੀ ਮੰਮੀ ਦੀਆਂ ਮਿੰਨਤਾਂ ਕੀਤੀਆਂ ਕਿ ਮੈਨੂੰ ਅੱਗੇ ਪੜ੍ਹਨਾ ਹੈ। ਥੋੜ੍ਹੀ ਜਿਹੀ ਮਿੰਨਤਾਂ ਕਰਨ ਦੇ ਬਾਅਦ ਮੈਨੂੰ ਅੱਗੇ ਪੜ੍ਹਨ ਦੀ ਇਜਾਜ਼ਤ ਮਿਲ ਗਈ। ਯੂਨੀਵਰਸਿਟੀ ਦੀ ਜ਼ਿੰਦਗੀ ਮੇਰੇ ਸੁਪਨਿਆਂ ਤੋਂ ਵੀ ਜ਼ਿਆਦਾ ਸੁੰਦਰ ਸੀ। ਆਪਣੀ ਇੱਛਾ ਪੂਰੀ ਹੋ ਜਾਣ 'ਤੇ ਮੈਂ ਬਹੁਤ ਖੁਸ਼ ਸੀ। ਉੱਥੇ ਮੇਰੀ ਇੱਕ ਮੁੰਡੇ ਨਾਲ ਮੁਲਾਕਾਤ ਹੋ ਗਈ। ਉਹ ਉਹੋ ਜਿਹਾ ਹੀ ਸੀ ਜਿਹੋ ਜਿਹਾ ਜੀਵਨ ਸਾਥੀ ਮੈਂ ਆਪਣੇ ਲਈ ਚਾਹੁੰਦੀ ਸੀ।
ਉਹ ਵੀ ਮੈਨੂੰ ਪਸੰਦ ਕਰਨ ਲੱਗਾ। ਮੈਂ ਉਸ ਦੀਆਂ ਅੱਖਾਂ ਵਿੱਚ ਆਪਣੇ ਲਈ ਪਿਆਰ ਦੇਖ ਰਹੀ ਸੀ। ਫਿਰ ਹੌਲੀ-ਹੌਲੀ ਮੈਂ ਆਪਣਾ ਮਕਸਦ ਭੁੱਲਣ ਲੱਗੀ ਤੇ ਜਦੋਂ ਉਸਨੇ ਮੈਨੂੰ ਵਿਆਹ ਲਈ ਪ੍ਰਪੋਜ਼ ਕੀਤਾ ਤਾਂ ਮੈਂ ਖੁਸ਼ੀ-ਖੁਸ਼ੀ ਮੰਨ ਗਈ। ਮੇਰੀ ਇੱਕ ਦੋਸਤ ਨੇ ਮੈਨੂੰ ਸਮਝਾਇਆ ਕਿ ਤੂੰ ਉਸਦੇ ਬਾਰੇ ਕੁਝ ਵੀ ਨਹੀਂ ਜਾਣਦੀ ਹੈ, ਫਿਰ ਕਿਵੇਂ ਇੰਨੀ ਜਲਦੀ ਹਾਮੀ ਭਰ ਸਕਦੀ ਹੈ। ਮੈਂ ਉਸ ਨੂੰ ਕਿਹਾ ਕਿ ਮੈਂ ਉਸ ਨਾਲ ਮੁਹੱਬਤ ਕਰਦੀ ਹਾਂ ਤੇ ਨਾਲੇ ਉਹ ਦਿਖਣ 'ਚ ਹੀ ਲੱਗਦਾ ਹੈ ਕਿ ਉਹ ਚੰਗੇ ਖਾਨਦਾਨ ਦਾ ਹੋਵੇਗਾ। ਮੇਰੀ ਦੋਸਤ ਮੇਰੇ ਪਾਗਲਪਨ 'ਤੇ ਹੈਰਾਨ ਸੀ। ਫਿਰ 2 ਸਮੈਸਟਰ ਦੇ ਬਾਅਦ ਹੀ ਮੇਰੀ ਦੋਸਤ ਮੇਰੇ ਤੋਂ ਅਲੱਗ ਹੋ ਗਈ ਕਿਉਂਕਿ ਉਸ ਦਾ ਦਾਖਲਾ ਮੈਡੀਕਲ 'ਚ ਹੋ ਗਿਆ ਸੀ ਤੇ ਉਹ ਇਹ ਡਿਗਰੀ ਮਜਬੂਰੀ 'ਚ ਲੈ ਰਹੀ ਸੀ। ਮੇਰੀ ਦੋਸਤ ਤੋਂ ਇਲਾਵਾ ਮੈਨੂੰ ਸਮਝਾਉਣ ਵਾਲਾ ਕੋਈ ਵੀ ਨਹੀਂ ਸੀ ਤੇ ਫਿਰ ਮੇਰੀ ਪੜ੍ਹਾਈ ਪੂਰੀ ਹੋਣ ਦੇ ਬਾਅਦ ਧੀਰਜ ਨੇ ਮੇਰੇ ਘਰ ਆਪਣਾ ਰਿਸ਼ਤਾ ਭੇਜ ਦਿੱਤਾ। ਮੇਰੇ ਘਰ ਵਾਲੇ ਇਹ ਰਿਸ਼ਤਾ ਕਰਨ ਲਈ ਬਿਲਕੁਲ ਵੀ ਤਿਆਰ ਨਹੀਂ ਸੀ ਕਿਉਂਕਿ ਧੀਰਜ ਦੀ ਮਾਂ ਨਹੀਂ ਸੀ, ਸਿਰਫ ਉਸ ਦੀ ਇੱਕ ਵੱਡੀ ਭਾਬੀ ਸੀ ਤੇ ਉਸ ਦੀਆਂ ਗੱਲਾਂ ਤੋਂ ਲੱਗ ਰਿਹਾ ਸੀ ਕਿ ਪੂਰੇ ਘਰ ਵਿੱਚ ਸਿਰਫ ਤੇ ਸਿਰਫ ਧੀਰਜ ਦੀ ਭਾਬੀ ਦਾ ਹੀ ਰਾਜ ਹੈ। ਪਰ ਮੈਂ ਆਪਣੇ ਮੰਮੀ ਪਾਪਾ ਨੂੰ ਮਨਾ ਲਿਆ ਤੇ ਇਸ ਤਰ੍ਹਾਂ ਧੀਰਜ ਨਾਲ ਮੇਰਾ ਵਿਆਹ ਹੋ ਗਿਆ। ਮੈਂ ਆਪਣੀ ਪਸੰਦ ਦੇ ਵਿਆਹ ਤੇ ਬਹੁਤ ਖੁਸ਼ ਸੀ। ਧੀਰਜ ਮੈਨੂੰ ਬਹੁਤ ਮੁਹੱਬਤ ਕਰਦਾ ਸੀ, ਪਰ ਉਸਦੇ ਘਰ 'ਚ ਜਾਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਧੀਰਜ ਕੋਈ ਵੀ ਕੰਮ ਆਪਣੀ ਭਾਬੀ ਦੀ ਮਰਜ਼ੀ ਦੇ ਬਗੈਰ ਨਹੀਂ ਕਰਦਾ। ਰਾਤ ਨੂੰ ਹੀ ਧੀਰਜ ਨੇ ਮੈਨੂੰ ਪੁੱਛਿਆ ਸੀ ਕਿ ਹਨੀਮੂਨ ਲਈ ਕਿੱਥੇ ਜਾਣਾ ਹੈ। ਮੈਂ ਉਸ ਨੂੰ ਨੈਨੀਤਾਲ ਚੱਲਣ ਦਾ ਕਹਿ ਦਿੱਤਾ, ਪਰ ਫਿਰ ਮੇਰੀ ਜਠਾਣੀ ਨੇ ਸਵੇਰੇ ਉੱਠਦੇ ਹੀ ਕਹਿ ਦਿੱਤਾ ਕਿ ਹੁਣੇ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ ਤੇ ਫਿਰ ਆਪਣੀ ਭਾਬੀ ਦੇ ਮੂੰਹ ਤੋਂ ਇਹ ਸ਼ਬਦ ਸੁਣਦੇ ਹੀ ਧੀਰਜ ਨੇ ਵੀ ਆਪਣਾ ਪਲਾਨ ਬਦਲ ਦਿੱਤਾ। ਉਸ ਦਿਨ ਮੈਂ ਧੀਰਜ ਨਾਲ ਬਹੁਤ ਲੜੀ ਸੀ ਕਿ ਕੀ ਤੂੰ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਨਹੀਂ ਲੈ ਸਕਦਾ, ਫਿਰ ਤੂੰ ਆਪਣੀ ਭਾਬੀ ਤੇ ਕਿਉਂ ਡਿਪੈਂਡ ਰਹਿੰਦਾ ਹੈ, ਜਦ ਕਿ ਉਸਨੇ ਮੈਨੂੰ ਖਾਮੋਸ਼ ਕਰਵਾ ਦਿੱਤਾ। ਫਿਰ ਹੌਲੀ-ਹੌਲੀ ਮੈਨੂੰ ਅਹਿਸਾਸ ਹੋਣ ਲੱਗਿਆ ਕਿ ਸਭ ਕੁਝ ਮੇਰੀ ਜਠਾਣੀ ਦੇ ਕਬਜ਼ੇ 'ਚ ਹੈ, ਪਰ ਉਹ ਮੈਨੂੰ ਪਸੰਦ ਨਹੀਂ ਕਰਦੀ ਸੀ। ਮੈਂ ਹਰ ਮੁਮਕਿਨ ਕੋਸ਼ਿਸ਼ ਕੀਤੀ ਕਿ ਮੈਂ ਉਸ ਦਾ ਦਿਲ ਜਿੱਤ ਸਕਾਂ, ਪਰ ਮੈਂ ਇਸ ਵਿੱਚ ਨਾਕਾਮ ਰਹੀ। ਵਿਆਹ ਦੇ 2 ਸਾਲ ਇੱਦਾਂ ਹੀ ਗੁਜ਼ਰ ਗਏ, ਪਰ ਮੇਰੇ ਘਰ 'ਚ ਕੋਈ ਵੀ ਔਲਾਦ ਪੈਦਾ ਨਹੀਂ ਹੋਈ। ਧੀਰਜ ਨੇ ਕਦੇ ਮੈਨੂੰ ਇਸ ਗੱਲ ਦਾ ਤਾਨਾ ਨਹੀਂ ਦਿੱਤਾ ਸੀ, ਬਲਕਿ ਹਮੇਸ਼ਾ ਕਿਹਾ ਕਰਦਾ ਸੀ ਕਿ ਹਾਲੇ ਤਾਂ ਸਾਡੇ ਖੁਦ ਦੇ ਹੱਸਣ ਖੇਡਣ ਦੇ ਦਿਨ ਹਨ, ਹਾਲੇ ਇੰਨੀ ਜਲਦੀ ਬੱਚਾ ਨਾ ਹੋਵੇ। ਪਰ ਮੇਰੀ ਜਠਾਣੀ ਉੱਠਦੇ ਬੈਠਦੇ ਮੈਨੂੰ ਅਹਿਸਾਸ ਦਿਵਾਉਣ ਲੱਗੀ ਸੀ ਕਿ ਤੇਰੇ ਹੁਣ ਬੱਚਾ ਨਹੀਂ ਹੋ ਸਕਦਾ ਕਿਉਂਕਿ ਤੂੰ ਬਾਂਝ ਹੈ ਤੇ ਅੱਜ ਤੇਰੇ ਵਿਆਹ ਨੂੰ 6 ਸਾਲ ਗੁਜ਼ਰ ਚੁੱਕੇ ਹਨ ਤੇ ਹਾਲੇ ਤੱਕ ਕੋਈ ਬੱਚਾ ਨਹੀਂ ਹੋਇਆ। ਇਸ ਲਈ ਮੈਂ ਆਪਣੇ ਸਾਰੇ ਟੈਸਟ ਕਰਵਾਉਣ ਆਈ ਸੀ, ਜਿਸ ਤੋਂ ਮੈਂ ਸਭ ਨੂੰ ਦੱਸ ਸਕਾਂ ਕਿ ਕਮੀ ਮੇਰੇ ਅੰਦਰ ਨਹੀਂ ਹੈ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰ ਰਹੀ ਸੀ ਕਿ ਹੇ ਵਾਹਿਗੁਰੂ, ਮੇਰੇ ਅੰਦਰ ਕੋਈ ਕਮੀ ਨਾ ਨਿਕਲੇ। ਪਰ ਮੈਂ ਆਪਣੇ ਆਪ ਤੋਂ ਇਹ ਵਾਅਦਾ ਵੀ ਕੀਤਾ ਸੀ ਕਿ ਜੇ ਕਮੀ ਮੇਰੇ ਅੰਦਰ ਨਿਕਲੀ ਤੇ ਮੈਂ ਸੱਚ ਵਿੱਚ ਬਾਂਝ ਹੋਈ ਤਾਂ ਮੈਂ ਖੁਦ ਹੀ ਧੀਰਜ ਦੀ ਜ਼ਿੰਦਗੀ ਤੋਂ ਚਲੀ ਜਾਊਂਗੀ, ਉਸ ਨੂੰ ਦੂਜੇ ਵਿਆਹ ਦੀ ਇਜਾਜ਼ਤ ਦੇ ਦੇਵਾਂਗੀ। ਇਹ ਸੋਚ ਕੇ ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਮੇਰੇ ਸਰੀਰ 'ਚੋਂ ਜਾਨ ਨਿਕਲ ਰਹੀ ਹੋਵੇ। ਮੇਰੀ ਦੋਸਤ ਨੇ ਮੈਨੂੰ ਸਮਝਾਇਆ ਤੇ ਤਸੱਲੀ ਦਿੱਤੀ ਕਿ ਚਿੰਤਾ ਨਾ ਕਰੋ, ਸਭ ਠੀਕ ਹੋਵੇਗਾ। ਥੋੜੀ ਹੀ ਦੇਰ ਬਾਅਦ ਮੇਰੀ ਰਿਪੋਰਟ ਵੀ ਆ ਗਈ ਸੀ। ਮੈਂ ਕੰਬਦੇ ਹੋਏ ਹੱਥਾਂ ਨਾਲ ਰਿਪੋਰਟ ਖੋਲ੍ਹੀ, ਪਰ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਕਿਉਂਕਿ ਮੇਰੇ ਅੰਦਰ ਕੋਈ ਕਮੀ ਨਹੀਂ ਸੀ। ਮੈਂ ਖੁਸ਼ੀ ਨਾਲ ਆਪਣੇ ਦੋਸਤ ਨੂੰ ਗਲ ਲਾ ਲਿਆ ਤੇ ਮੈਂ ਘਰ ਵਾਪਸ ਆ ਗਈ। ਅੱਜ ਮੈਂ ਬਹੁਤ ਜ਼ਿਆਦਾ ਖੁਸ਼ ਸੀ। ਜਿਵੇਂ ਹੀ ਮੈਂ ਘਰ ਵਿੱਚ ਦਾਖਲ ਹੋਈ, ਮੇਰੀ ਜਠਾਣੀ ਦੁਬਾਰਾ ਤੋਂ ਮੈਨੂੰ ਸਵਾਲ ਜਵਾਬ ਕਰਨ ਲੱਗੀ, ਪਰ ਮੈਂ ਖਾਮੋਸ਼ ਰਹੀ ਤੇ ਆਪਣੇ ਕਮਰੇ ਵਿੱਚ ਆ ਗਈ ਤੇ ਧੀਰਜ ਦਾ ਇੰਤਜ਼ਾਰ ਕਰਨ ਲੱਗੀ। ਮੈਂ ਚਾਹੁੰਦੀ ਸੀ ਕਿ ਹੁਣ ਮੇਰਾ ਪਤੀ ਆਪਣੇ ਟੈਸਟ ਕਰਵਾ ਲਵੇ ਤਾਂ ਕਿ ਉਸ ਦੇ ਬਾਰੇ ਵੀ ਪਤਾ ਚੱਲ ਜਾਵੇ। ਰਾਤ ਨੂੰ ਉਸ ਦੀ ਵਾਪਸੀ ਲੇਟ ਹੋਈ। ਜਿਵੇਂ ਹੀ ਉਹ ਕਮਰੇ ਵਿੱਚ ਦਾਖਲ ਹੋਇਆ, ਮੈਂ ਉੱਠ ਕੇ ਬੈਠ ਗਈ। ਬਹੁਤ ਹੀ ਖੁਸ਼ੀ ਦੱਸਣ ਲੱਗੀ, ਜੀ ਮੈਂ ਡਾਕਟਰ ਕੋਲ ਗਈ ਸੀ। ਮੇਰੀ ਗੱਲ ਸੁਣ ਕੇ ਉਸਨੇ ਕੁਝ ਖਾਸ ਰਿਸਪੌਂਸ ਨਹੀਂ ਦਿੱਤਾ ਤੇ ਆਪਣਾ ਕੋਟ ਉਤਾਰਨ ਲੱਗਾ। ਮੈਂ ਉਸ ਨੂੰ ਆਪਣੀ ਰਿਪੋਰਟ ਦਿਖਾਈ ਤੇ ਕਿਹਾ ਕਿ ਇਹ ਦੇਖੋ, ਮੈਂ ਬਾਂਝ ਨਹੀਂ ਹਾਂ। ਹੁਣ ਤੁਸੀਂ ਵੀ ਆਪਣੇ ਟੈਸਟ ਕਰਵਾ ਲਓ ਤਾਂ ਕਿ ਤੁਹਾਡੇ ਬਾਰੇ ਵੀ ਪਤਾ ਲੱਗ ਜਾਏ। ਮੇਰੀ ਗੱਲ ਸੁਣਦੇ ਹੀ ਉਸ ਦੀਆਂ ਅੱਖਾਂ ਕੁਝ ਦੇਰ ਲਈ ਗੁੱਸੇ ਨਾਲ ਲਾਲ ਹੋ ਗਈਆਂ ਸੀ ਤੇ ਉਹ ਗੁੱਸੇ ਨਾਲ ਬੋਲਿਆ ਕਿ ਤੂੰ ਕਹਿਣਾ ਕੀ ਚਾਹੁੰਦੀ ਹੈ ਕਿ ਕਮੀ ਮੇਰੇ ਅੰਦਰ ਹੈ? ਤੇਰੀ ਹਿੰਮਤ ਕਿਵੇਂ ਹੋਈ ਇਹ ਗੱਲ ਕਹਿਣ ਦੀ? ਉਸ ਦੀ ਇਹ ਗੱਲ ਸੁਣ ਕੇ ਮੈਂ ਬੌਖਲਾ ਗਈ। ਮੈਂ ਇਸ ਤੋਂ ਪਹਿਲਾਂ ਅੱਜ ਤੱਕ ਉਸ ਨੂੰ ਇੰਨਾ ਗੁੱਸੇ 'ਚ ਨਹੀਂ ਦੇਖਿਆ ਸੀ। ਮੈਂ ਕਿਹਾ, ਅਜਿਹਾ ਨਹੀਂ ਹੈ, ਪਰ ਮੈਂ ਚਾਹੁੰਦੀ ਹਾਂ ਤੂੰ ਵੀ ਆਪਣੇ ਟੈਸਟ ਕਰਵਾ ਲਵੇ। ਜੇ ਕੁਝ ਕਮੀ ਹੋਈ ਤਾਂ ਅਸੀਂ ਇਲਾਜ ਕਰਵਾ ਸਕਦੇ ਹਾਂ। ਧੀਰਜ ਕਹਿਣ ਲੱਗਿਆ, ਮੈਂ ਬਿਲਕੁਲ ਠੀਕ ਹਾਂ, ਮੈਨੂੰ ਕੋਈ ਜ਼ਰੂਰਤ ਨਹੀਂ ਟੈਸਟ ਕਰਵਾਉਣ ਦੀ। ਕਮੀ ਮੇਰੇ ਅੰਦਰ ਨਹੀਂ,
ਬਲਕਿ ਕਮੀ ਤੇਰੇ ਅੰਦਰ ਹੈ। ਹੋ ਸਕਦਾ ਹੈ ਤੇਰੀ ਰਿਪੋਰਟ ਝੂਠੀ ਹੋਵੇ। ਬਾਂਝ ਮੈਂ ਨਹੀਂ, ਬਾਂਝ ਤੂੰ ਹੈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਚਾਨਕ ਮੇਰੇ ਪਤੀ ਨੂੰ ਕੀ ਹੋ ਗਿਆ ਤੇ ਉਹ ਕਿਹੋ ਜਿਹੀ ਗੱਲਾਂ ਕਰ ਰਿਹਾ ਹੈ। ਮੈਂ ਰੋਣ ਲੱਗੀ ਤਾਂ ਉਹ ਘਰ ਤੋਂ ਬਾਹਰ ਚਲਾ ਗਿਆ। ਉਸ ਦਿਨ ਬਾਅਦ ਤੋਂ ਮੇਰੇ ਪਤੀ ਦਾ ਰਵੱਈਆ ਮੇਰੇ ਨਾਲ ਬਹੁਤ ਹੀ ਖਰਾਬ ਹੋ ਗਿਆ ਸੀ। ਉਹ ਮੇਰੇ ਨਾਲ ਕੋਈ ਗੱਲ ਨਹੀਂ ਕਰਦਾ ਸੀ, ਜਦ ਕਿ ਹੁਣ ਤਾਂ ਮੇਰੇ ਦਿਲ ਵਿੱਚ ਸ਼ੱਕ ਪੈਦਾ ਹੁੰਦਾ ਜਾ ਰਿਹਾ ਸੀ ਕਿ ਜ਼ਰੂਰ ਮੇਰੇ ਪਤੀ ਅੰਦਰ ਹੀ ਕਮੀ ਹੈ, ਜਿਸ ਵਜ੍ਹਾ ਨਾਲ ਉਹ ਆਪਣੇ ਟੈਸਟ ਨਹੀਂ ਕਰਵਾ ਰਿਹਾ ਸੀ। ਉਸ ਵਿੱਚ ਕਮੀ ਨਾ ਹੁੰਦੀ ਤਾਂ ਉਹ ਮੇਰੇ ਨਾਲ ਚੱਲ ਪੈਂਦਾ, ਪਰ ਮੈਂ ਨਹੀਂ ਜਾਣਦੀ ਸੀ ਕਿ ਉਸਨੇ ਇਸ ਗੱਲ ਨੂੰ ਆਪਣੀ ਸ਼ਾਨ ਦਾ ਮਸਲਾ ਕਿਉਂ ਬਣਾ ਲਿਆ ਸੀ। ਹੁਣ ਉਸਨੇ ਵੀ ਮੈਨੂੰ ਬਾਂਝ ਦੇ ਤਾਨੇ ਦੇਣੇ ਸ਼ੁਰੂ ਕਰ ਦਿੱਤੇ ਸੀ ਤੇ ਨਾਲ ਹੀ ਮੈਨੂੰ ਇਹ ਧਮਕੀ ਵੀ ਦਿੰਦਾ ਸੀ ਕਿ ਮੈਂ ਜਲਦੀ ਹੀ ਦੂਜਾ ਵਿਆਹ ਕਰ ਲਵਾਂਗਾ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ। ਕੁਝ ਦਿਨਾਂ ਬਾਅਦ ਮੈਂ ਆਪਣੇ ਪਤੀ ਨਾਲ ਦੁਬਾਰਾ ਤੋਂ ਗੱਲ ਕਰਨ ਦੀ ਸੋਚੀ, ਪਰ ਉਹ ਮੇਰੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ, ਬਲਕਿ ਉਹ ਤਾਂ ਮੇਰੀ ਰਿਪੋਰਟ ਨੂੰ ਵੀ ਝੂਠਾ ਕਹਿ ਰਿਹਾ ਸੀ, ਜਦਕਿ ਮੈਨੂੰ ਲੱਗ ਰਿਹਾ ਸੀ ਕਿ ਮੇਰਾ ਪਤੀ ਝੂਠਾ ਹੈ। ਉਹ ਆਪਣੀ ਕਮੀ ਛੁਪਾਉਣ ਲਈ ਮੇਰੇ ਤੇ ਇਲਜ਼ਾਮ ਲਗਾ ਰਿਹਾ ਹੈ। ਹੁਣ ਇਸ ਘਰ ਵਿੱਚ ਮੇਰਾ ਦਮ ਘੁੱਟਣ ਲੱਗਾ ਸੀ। ਮੇਰਾ ਬਸ ਨਹੀਂ ਚੱਲ ਰਿਹਾ ਸੀ ਕਿ ਮੈਂ ਇੱਥੋਂ ਕਿਤੇ ਦੂਰ ਚਲੀ ਜਾਵਾਂ, ਪਰ ਮੈਂ ਆਪਣੇ ਘਰ ਜਾ ਕੇ ਆਪਣੇ ਘਰ ਵਾਲਿਆਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ। ਇੱਕ ਦਿਨ ਮੈਂ ਆਪਣੇ ਵਿਹੜੇ ਵਿੱਚ ਬੈਠੀ ਹੋਈ ਸੀ, ਆਪਣੀ ਜ਼ਿੰਦਗੀ ਬਾਰੇ ਸੋਚ ਰਹੀ ਸੀ। ਸ਼ਾਮ ਦਾ ਸਮਾਂ ਸੀ। ਥੋੜੀ ਹੀ ਦੇਰ ਬਾਅਦ ਮੇਰੇ ਪਤੀ ਨੂੰ ਘਰ ਵਾਪਸ ਆ ਜਾਣਾ ਸੀ, ਪਰ ਹੁਣ ਮੈਨੂੰ ਉਸਦੇ ਵਾਪਸ ਆਉਣ ਦੀ ਕੋਈ ਖੁਸ਼ੀ ਨਹੀਂ ਹੁੰਦੀ ਸੀ। ਅਚਾਨਕ ਹੀ ਦਰਵਾਜ਼ੇ ਤੇ ਦਸਤਕ ਹੋਈ। ਮੈਂ ਹੈਰਾਨ ਹੋਈ ਕਿ ਇਸ ਸਮੇਂ ਕੌਣ ਆ ਗਿਆ। ਜਦੋਂ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਔਰਤ ਖੜੀ ਸੀ, ਜਿਸ ਨੇ ਆਪਣੇ ਚਿਹਰੇ ਤੇ ਨਕਾਬ ਪਹਿਨਿਆ ਹੋਇਆ ਸੀ। ਉਸ ਦੀਆਂ ਅੱਖਾਂ ਦੇ ਇਲਾਵਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ, ਜਦਕਿ ਉਸਦੇ ਹੱਥ ਵਿੱਚ ਉਸਨੇ ਬੱਚਾ ਉਠਾ ਰੱਖਿਆ ਸੀ। ਉਹ ਬੱਚਾ ਜ਼ੋਰ-ਜ਼ੋਰ ਨਾਲ ਰੋ ਰਿਹਾ ਸੀ। ਮੈਂ ਉਸਨੂੰ ਪੁੱਛਿਆ ਕਿ ਕੌਣ ਹੈ ਤੂੰ ਤੇ ਇੱਥੇ ਕੀ ਕਰ ਰਹੀ ਹੈ। ਉਸਨੇ ਬੱਚਾ ਮੇਰੇ ਸਾਹਮਣੇ ਕੀਤਾ ਤੇ ਕਹਿਣ ਲੱਗੀ, ਤੇਰੇ ਪਤੀ ਨੇ ਮੇਰੇ ਤੇ ਬਹੁਤ ਜ਼ੁਲਮ ਕੀਤਾ ਹੈ। ਉਸਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਤੇ ਉਸਨੂੰ ਕਹਿਣ ਲੱਗੀ, ਕੀ ਮਤਲਬ ਹੈ ਇਸ ਗੱਲ ਦਾ? ਪਹਿਲਾਂ ਮੈਨੂੰ ਇਹ ਦੱਸ ਕੇ ਤੂੰ ਕੌਣ ਹੈ। ਮੈਂ ਉਸਦੇ ਚਿਹਰੇ ਤੇ ਪਾਇਆ ਨਕਾਬ ਖਿੱਚਣ ਲੱਗੀ ਤਾਂ ਮੇਰੀ ਜਠਾਣੀ ਕਹਿਣ ਲੱਗੀ ਕਿ ਮੈਂ ਤੈਨੂੰ ਕਹਿੰਦੀ ਸੀ ਨਾ ਕਿ ਤੇਰਾ ਪਤੀ ਜਲਦੀ ਹੀ ਤੇਰੇ ਤੋਂ ਤੰਗ ਆ ਜਾਏਗਾ ਤੇ ਦੂਜੀ ਔਰਤ ਕੋਲ ਚਲਾ ਜਾਏਗਾ। ਹੁਣ ਕੀ ਪਤਾ ਤੇਰੇ ਪਤੀ ਦਾ ਇਹ ਬੱਚਾ ਜਾਇਜ਼ ਵੀ ਹੈ ਜਾਂ ਨਾਜਾਇਜ਼ ਹੈ। ਚਲੋ ਕੋਈ ਨਹੀਂ, ਉਹ ਜਲਦੀ ਹੀ ਉਸ ਨਾਲ ਵਿਆਹ ਵੀ ਕਰ ਲਵੇਗਾ, ਜਾਂ ਹੋ ਸਕਦਾ ਹੈ ਉਸਨੇ ਪਹਿਲਾਂ ਤੋਂ ਹੀ ਉਸ ਕੁੜੀ ਨਾਲ ਵਿਆਹ ਕਰ ਰੱਖਿਆ ਹੋਵੇ। ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਹੀ ਬੇਬਸੀ ਦਾ ਅਹਿਸਾਸ ਹੋ ਰਿਹਾ ਸੀ। ਵੈਸੇ ਮੈਂ ਵੀ ਕਾਫੀ ਦਿਨਾਂ ਤੋਂ ਦੇਖ ਰਹੀ ਸੀ ਮੇਰਾ ਪਤੀ ਫੋਨ ਤੇ ਦੇਰ ਰਾਤ ਤੱਕ ਗੱਲਾਂ ਕਰਿਆ ਕਰਦਾ ਸੀ ਤੇ ਗੱਲ ਕਰਨ ਦੇ ਦੌਰਾਨ ਉਸਦੇ ਚਿਹਰੇ ਤੇ ਹਮੇਸ਼ਾ ਇੱਕ ਮੁਸਕਰਾਹਟ ਹੁੰਦੀ ਸੀ, ਪਰ ਮੈਂ ਕਦੇ ਵੀ ਉਸ ਤੇ ਸ਼ੱਕ ਨਹੀਂ ਕੀਤਾ ਸੀ, ਕਿਉਂਕਿ ਮੈਂ ਜਾਣਦੀ ਸੀ ਕਿ ਧੀਰਜ ਮੈਨੂੰ ਕਦੇ ਵੀ ਧੋਖਾ ਨਹੀਂ ਦੇ ਸਕਦਾ। ਦੂਜਾ, ਉਸਨੇ ਰਾਤ ਨੂੰ ਲੇਟ ਆਉਣਾ ਸ਼ੁਰੂ ਕਰ ਦਿੱਤਾ ਸੀ। ਹੁਣ ਮੇਰੇ ਪਤੀ ਨੂੰ ਮੇਰੇ 'ਚ ਕੋਈ ਵੀ ਦਿਲਚਸਪੀ ਨਹੀਂ ਰਹੀ ਸੀ। ਇਹ ਸੋਚ ਕੇ ਖੁਦ ਬਖੁਦ ਮੇਰੀਆਂ ਅੱਖਾਂ 'ਚੋਂ ਹੰਝੂ ਵਹਿਣ ਲੱਗੇ। ਮੈਂ ਤਾਂ ਆਪਣੇ ਪਤੀ ਨਾਲ ਹਮੇਸ਼ਾ ਮੁਹੱਬਤ ਕੀਤੀ ਸੀ ਤੇ ਹਮੇਸ਼ਾ ਉਸਦੇ ਨਾਲ ਵਫਾਦਾਰ ਰਹੀ ਸੀ, ਪਰ ਮੇਰੇ ਪਤੀ ਨੇ ਕੀ ਕੀਤਾ? ਮੇਰਾ ਪਤੀ ਬਿਲਕੁਲ ਮਾਫੀ ਦੇ ਕਾਬਿਲ ਨਹੀਂ ਸੀ। ਹੁਣ ਮੈਂ ਬਹੁਤ ਹੀ ਬੇਸਬਰੀ ਨਾਲ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਤੇ ਜਿਵੇਂ ਹੀ ਮੇਰਾ ਪਤੀ ਕਮਰੇ ਅੰਦਰ ਦਾਖਲ ਹੋਇਆ, ਮੈਂ ਸਰੂ ਹੋ ਗਈ। ਕੀ ਮਿਲਿਆ ਤੈਨੂੰ ਇਹ ਸਭ ਕਰਕੇ? ਉਹ ਥੱਕਿਆ ਹੋਇਆ ਸੀ। ਮੇਰੀ ਗੱਲ ਸੁਣ ਕੇ ਚਿੜ ਗਿਆ ਤੇ ਕਹਿਣ ਲੱਗਾ, ਕੀ ਬਕਵਾਸ ਕਰ ਰਹੀ ਹੈ? ਮੈਂ ਬਹੁਤ ਥੱਕ ਗਿਆ ਹਾਂ, ਜਾਓ ਮੇਰੇ ਲਈ ਖਾਣਾ ਲੈ ਕੇ ਆਓ। ਉਸਦੀ ਗੱਲ ਸੁਣ ਕੇ ਮੈਂ ਬੋਲੀ, ਅੱਜ ਇੱਕ ਕੁੜੀ ਤੈਨੂੰ ਲੱਭਦੇ ਹੋਏ ਘਰ ਆਈ ਸੀ। ਮੇਰੀ ਗੱਲ ਸੁਣ ਕੇ ਉਸਨੇ ਗੁੱਸੇ 'ਚ ਆ ਕੇ ਮੈਨੂੰ ਦੇਖਿਆ। ਕੀ ਮਤਲਬ ਹੈ ਤੇਰਾ? ਕੌਣ ਕੁੜੀ? ਮੈਂ ਕਿਹਾ, ਤੂੰ ਕੀ ਸਮਝਦਾ ਹੈ ਕਿ ਤੇਰੀ ਹਕੀਕਤ ਮੈਨੂੰ ਪਤਾ ਨਹੀਂ ਚੱਲੇਗੀ? ਹੁਣ ਜੇ ਤੂੰ ਕੋਈ ਹੋਰ ਬਕਵਾਸ ਕੀਤੀ ਤਾਂ ਮੈਂ ਤੇਰਾ ਮੂੰਹ ਤੋੜ ਦੇਵਾਂਗਾ। ਮੇਰੇ ਪਤੀ ਨੇ ਗੁੱਸੇ 'ਚ ਕਿਹਾ, ਸਿੱਧਾ ਸਿੱਧਾ ਦੱਸੋ, ਆਖਰ ਸਮੱਸਿਆ ਕੀ ਹੈ? ਤਾਂ ਮੈਂ ਉਸਨੂੰ ਦੱਸਿਆ ਕਿ ਉਸ ਕੁੜੀ ਨੇ ਆਪਣੇ ਹੱਥ 'ਚ ਬੱਚਾ ਉਠਾ ਰੱਖਿਆ ਸੀ। ਉਸਨੇ ਬੱਚਾ ਮੇਰੇ ਸਾਹਮਣੇ ਕੀਤਾ ਤੇ ਬੋਲੀ, ਤੇਰੇ ਪਤੀ ਨੇ ਮੇਰੇ ਤੇ ਜ਼ੁਲਮ ਕੀਤਾ ਹੈ। ਯਕੀਨਨ ਉਹ ਤੇਰੀ ਕੋਈ ਮਾਸ਼ੂਕਾ ਹੋਵੇਗੀ ਤੇ ਉਹ ਬੱਚਾ ਵੀ ਤੇਰਾ ਹੀ ਹੋਵੇਗਾ। ਮੇਰੇ ਇਹ ਕਹਿਣ ਦੀ ਦੇਰ ਸੀ ਕਿ ਮੇਰੇ ਪਤੀ ਨੇ ਮੇਰੇ ਮੂੰਹ ਤੇ ਥੱਪੜ ਮਾਰ ਦਿੱਤਾ ਤੇ ਬੋਲਿਆ, ਜੇ ਇਸ ਦੇ ਬਾਅਦ ਤੂੰ ਕੋਈ ਵੀ ਬਕਵਾਸ ਕੀਤੀ ਤਾਂ ਮੈਂ ਹੁਣੇ ਤੈਨੂੰ ਘਰ ਤੋਂ ਕੱਢ ਦੂੰਗਾ। ਇਹ ਸੁਣ ਕੇ ਮੇਰੀ ਰੂਹ ਕੰਬ ਗਈ। ਫਿਰ ਉਸ ਦੇ ਬਾਅਦ ਮੈਂ ਤੇ ਮੇਰਾ ਪਤੀ ਇੱਕ ਦੂਜੇ ਨਾਲ ਬਿਲਕੁਲ ਸੰਬੰਧ ਖਤਮ ਕਰ ਚੁੱਕੇ ਸੀ। ਇੱਕ ਦੂਜੇ ਦੇ ਨਾਲ ਰਹਿਣ ਦੇ ਬਾਵਜੂਦ ਵੀ ਇੱਕ ਦੂਜੇ ਦੇ ਮਾਮਲਿਆਂ 'ਚ
ਬਿਲਕੁਲ ਵੀ ਦਖਲ ਅੰਦਾਜ਼ੀ ਨਹੀਂ ਕਰਦੇ ਸੀ ਤੇ ਨਾ ਹੀ ਇੱਕ ਦੂਜੇ ਨਾਲ ਕੋਈ ਗੱਲ ਕਰਦੇ ਸੀ। ਇੱਕ ਦਿਨ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ। ਮੈਨੂੰ ਆਪਣੇ ਪੇਟ 'ਚ ਦਰਦ ਮਹਿਸੂਸ ਹੋ ਰਿਹਾ ਸੀ ਤੇ ਹੁਣ ਇਹ ਦਰਦ ਮੈਥੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ। ਮੇਰਾ ਪਤੀ ਮੈਨੂੰ ਡਾਕਟਰ ਕੋਲ ਲੈ ਕੇ ਗਿਆ। ਡਾਕਟਰ ਨੇ ਜਦੋਂ ਮੇਰਾ ਚੈੱਕਅਪ ਕੀਤਾ ਤਾਂ ਉਸਨੇ ਕਿਹਾ, ਤੁਹਾਡੀ ਪਤਨੀ ਦਾ ਚੰਗੀ ਤਰ੍ਹਾਂ ਚੈੱਕਅਪ ਕਰਨ ਤੋਂ ਬਾਅਦ ਹੀ ਦੱਸ ਸਕਦੇ ਹਾਂ ਕਿ ਕੀ ਪ੍ਰੋਬਲਮ ਹੈ। ਤੇ ਜਦੋਂ ਡਾਕਟਰ ਨੇ ਮੇਰੇ ਸਾਰੇ ਟੈਸਟ ਕੀਤੇ ਤਾਂ ਜੋ ਖਬਰ ਮੈਨੂੰ ਸੁਣਨ ਨੂੰ ਮਿਲੀ, ਉਹ ਖਬਰ ਸੁਣ ਕੇ ਅਜਿਹਾ ਲੱਗਿਆ ਜਿਵੇਂ ਮੇਰੇ ਸਿਰ ਤੇ ਕੋਈ ਅਸਮਾਨ ਡਿੱਗ ਪਿਆ ਹੋਵੇ। ਡਾਕਟਰ ਨੇ ਮੈਨੂੰ ਦੱਸਿਆ ਕਿ ਕੋਈ ਤੁਹਾਨੂੰ ਦਵਾਈਆਂ ਦੇ ਰਿਹਾ ਹੈ ਤਾਂ ਕਿ ਤੁਹਾਡੇ ਬੱਚਾ ਨਾ ਹੋ ਸਕੇ। ਮੇਰਾ ਸਭ ਤੋਂ ਪਹਿਲਾਂ ਸ਼ੱਕ ਮੇਰੀ ਜਠਾਣੀ ਵੱਲ ਗਿਆ ਤੇ ਮੈਂ ਡਾਕਟਰ ਨੂੰ ਕਿਹਾ ਕਿ ਮੇਰੇ ਪਤੀ ਨੂੰ ਇਸ ਬਾਰੇ ਵਿੱਚ ਕੁਝ ਵੀ ਨਾ ਦੱਸਣਾ। ਡਾਕਟਰ ਨੇ ਮੇਰੇ ਪਤੀ ਨੂੰ ਇਹੀ ਕਿਹਾ ਕਿ ਕੋਈ ਗਲਤ ਚੀਜ਼ ਖਾ ਲਈ ਹੈ ਜਿਸ ਦੀ ਵਜ੍ਹਾ ਨਾਲ ਪੇਟ 'ਚ ਦਰਦ ਹੋ ਗਿਆ ਹੈ। ਹੁਣ ਮੈਂ ਆਪਣੀ ਜਠਾਣੀ ਦਾ ਬਣਾਇਆ ਹੋਇਆ ਖਾਣਾ ਛੱਡ ਦਿੱਤਾ। ਇੱਕ ਦਿਨ ਮੈਂ ਆਪਣੀ ਜਠਾਣੀ ਨੂੰ ਮੇਰੇ ਦੁੱਧ 'ਚ ਕੁਝ ਮਿਲਾਉਂਦੇ ਹੋਏ ਦੇਖ ਲਿਆ ਸੀ, ਜਿਸ ਨਾਲ ਮੇਰਾ ਸ਼ੱਕ ਹੋਰ ਵੀ ਪੱਕਾ ਹੋ ਗਿਆ। ਇੱਕ ਦਿਨ ਮੇਰੇ ਮਾਤਾ-ਪਿਤਾ ਨੇ ਮੇਰੀ ਤੇ ਮੇਰੇ ਪਤੀ ਦੀ ਦਾਵਤ ਰੱਖੀ। ਮੰਮੀ ਪਾਪਾ ਦੇ ਘਰ ਤੋਂ ਵਾਪਸ ਆਉਣ ਤੋਂ ਬਾਅਦ ਜਦੋਂ ਮੈਂ ਤੇ ਧੀਰਜ ਘਰ ਅੰਦਰ ਦਾਖਲ ਹੋਏ ਤਾਂ ਮੇਰੀ ਜਠਾਣੀ ਦੀ ਆਵਾਜ਼ ਸਾਡੇ ਕੰਨਾਂ 'ਚ ਪਈ। ਉਹ ਕਿਸੇ ਕੁੜੀ ਨਾਲ ਗੱਲਾਂ ਕਰ ਰਹੀ ਸੀ। ਉਸ ਕੁੜੀ ਦੀ ਪਿੱਠ ਸਾਡੇ ਵੱਲ ਸੀ, ਇਸ ਲਈ ਮੈਂ ਉਸ ਦਾ ਚਿਹਰਾ ਵੀ ਨਹੀਂ ਦੇਖ ਪਾਈ ਸੀ। ਉਹ ਕਹਿ ਰਹੀ ਸੀ, ਤੂੰ ਚਿੰਤਾ ਨਾ ਕਰ, ਮੈਂ ਬਹੁਤ ਛੇਤੀ ਜੋਤੀ ਨੂੰ ਆਪਣੇ ਰਸਤੇ ਤੋਂ ਹਟਾ ਦੇਵਾਂਗੀ ਤੇ ਤੇਰਾ ਵਿਆਹ ਮੈਂ ਧੀਰਜ ਨਾਲ ਕਰਵਾ ਦੇਵਾਂਗੀ। ਮੈਂ ਉਸ ਨੂੰ ਉਹ ਦਵਾਈ ਦੇ ਰਹੀ ਹਾਂ ਜਿਸ ਨਾਲ ਉਸਦੇ ਬੱਚੇ ਪੈਦਾ ਨਹੀਂ ਹੋਣਗੇ ਤੇ ਬਹੁਤ ਜਲਦੀ ਧੀਰਜ ਜੋਤੀ ਨੂੰ ਛੱਡ ਦੇਵੇਗਾ। ਪਰ ਤੇਰਾ ਡਰਾਮਾ ਬਹੁਤ ਵਧੀਆ ਸੀ, ਜਿਵੇਂ ਤੂੰ ਜੋਤੀ ਨੂੰ ਬੇਵਕੂਫ ਬਣਾਇਆ ਸੀ ਤੇ ਜੋਤੀ ਇਹ ਸਮਝਣ ਲੱਗੀ ਕਿ ਉਹ ਔਰਤ ਧੀਰਜ ਦੀ ਪਤਨੀ ਹੈ ਤੇ ਉਹ ਬੱਚਾ ਧੀਰਜ ਦਾ ਹੈ, ਜਦਕਿ ਉਹ ਤਾਂ ਤੂੰ ਹੀ ਸੀ। ਇਹ ਕਹਿ ਕੇ ਉਹ ਦੋਨੇ ਤਾੜੀ ਮਾਰ ਕੇ ਹੱਸਣ ਲੱਗੀਆਂ। ਮੈਂ ਧੀਰਜ ਨੂੰ ਦੇਖਿਆ। ਧੀਰਜ ਖਾਮੋਸ਼ ਨਜ਼ਰਾਂ ਨਾਲ ਮੈਨੂੰ ਹੀ ਦੇਖ ਰਿਹਾ ਸੀ। ਉਸਦੇ ਚਿਹਰੇ ਤੇ ਕੋਈ ਵੀ ਐਕਸਪ੍ਰੈਸ਼ਨ ਨਹੀਂ ਸੀ। ਮੈਂ ਖੁਸ਼ ਸੀ। ਵਾਹਿਗੁਰੂ ਦਾ ਸ਼ੁਕਰ ਹੈ ਕਿ ਮੇਰੀ ਜਠਾਣੀ ਦਾ ਅਸਲੀ ਚਿਹਰਾ ਧੀਰਜ ਦੇ ਸਾਹਮਣੇ ਆ ਗਿਆ। ਜਦੋਂ ਅਸੀਂ ਅੰਦਰ ਹਾਲ 'ਚ ਗਏ ਤਾਂ ਮੈਂ ਦੇਖਣਾ ਚਾਹੁੰਦੀ ਸੀ ਕਿ ਮੇਰੀ ਜਠਾਣੀ ਧੀਰਜ ਨਾਲ ਕਿਸ ਕੁੜੀ ਦਾ ਵਿਆਹ ਕਰਵਾਉਣਾ ਚਾਹ ਰਹੀ ਸੀ ਤੇ ਉਸ ਕੁੜੀ ਤੇ ਨਜ਼ਰ ਪੈਂਦੇ ਹੀ ਮੇਰੀਆਂ ਅੱਖਾਂ ਹੈਰਾਨੀ ਨਾਲ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਉਹ ਤਾਂ ਮੇਰੇ ਕਾਲਜ 'ਚ ਪੜ੍ਹਨ ਵਾਲੀ ਸੋਨੀਆ ਸੀ, ਜੋ ਇਸ ਤੋਂ ਪਹਿਲਾਂ ਮੇਰੇ ਮੰਗੇਤਰ ਨੂੰ ਫਸਾ ਚੁੱਕੀ ਹੈ ਤੇ ਹੁਣ ਮੇਰੇ ਪਤੀ ਨਾਲ ਮੇਰਾ ਰਿਸ਼ਤਾ ਖਰਾਬ ਕਰਨ ਆ ਗਈ ਸੀ। ਜਦੋਂ ਮੇਰੀ ਜਠਾਣੀ ਨੇ ਦੇਖਿਆ ਕਿ ਧੀਰਜ ਨੂੰ ਸਾਰੀ ਹਕੀਕਤ ਪਤਾ ਚੱਲ ਚੁੱਕੀ ਹੈ ਤਾਂ ਉਹ ਹੜਬੜਾ ਗਈ ਤੇ ਨਜ਼ਰਾਂ ਚੁਰਾਉਣ ਲੱਗੀ। ਧੀਰਜ ਵੀ ਕੁਝ ਨਹੀਂ ਬੋਲੇ, ਪਰ ਮੈਂ ਆਪਣੀ ਜਠਾਣੀ ਨੂੰ ਕਿਹਾ, ਭਾਬੀ ਹੁਣ ਕੁਝ ਵੀ ਛੁਪਾਉਣ ਦਾ ਫਾਇਦਾ ਨਹੀਂ ਹੈ, ਸਾਰੀ ਸੱਚਾਈ ਹੁਣ ਖੁੱਲ ਚੁੱਕੀ ਹੈ। ਆਖਰ ਸੋਨੀਆ ਮੇਰੇ ਤੱਕ ਕਿਵੇਂ ਪਹੁੰਚੀ? ਸੋਨੀਆ ਦਾ ਤੇ ਤੇਰਾ ਕੀ ਰਿਸ਼ਤਾ ਹੈ? ਤਾਂ ਮੇਰੀ ਜਠਾਣੀ ਨੇ ਦੱਸਿਆ ਕਿ ਸੋਨੀਆ ਉਸਦੇ ਦੋਸਤ ਦੀ ਬੇਟੀ ਹੈ। ਸੋਨੀਆ ਤੇਰੇ ਨਾਲ ਨਫ਼ਰਤ ਕਰਦੀ ਹੈ ਤੇ ਤੇਰੀ ਜ਼ਿੰਦਗੀ 'ਚ ਆਉਣ ਵਾਲੀ ਹਰ ਖੁਸ਼ੀ ਨੂੰ ਮਿਟਾ ਦੇਣਾ ਚਾਹੁੰਦੀ ਹੈ, ਕਿਉਂਕਿ ਤੂੰ ਸੋਨੀਆ ਦੀ ਜ਼ਿੰਦਗੀ 'ਚ ਹਨੇਰਾ ਭਰ ਦਿੱਤਾ ਸੀ। ਮੈਂ ਹੈਰਾਨੀ ਨਾਲ ਕਦੇ ਸੋਨੀਆ ਨੂੰ ਤਾਂ ਕਦੇ ਆਪਣੀ ਜਠਾਣੀ ਨੂੰ ਦੇਖ ਰਹੀ ਸੀ। ਮੈਂ ਕਿਹਾ ਕਿ ਮੈਂ ਤਾਂ ਸੋਨੀਆ ਨਾਲ ਕੁਝ ਵੀ ਗਲਤ ਨਹੀਂ ਕੀਤਾ। ਤਾਂ ਸੋਨੀਆ ਨੇ ਦੱਸਿਆ ਕਿ ਮੈਂ ਜਿਸ ਮੁੰਡੇ ਨੂੰ ਪਿਆਰ ਕਰਦੀ ਸੀ ਉਹ ਮੇਰੇ ਨਾਲ ਕਾਲਜ ਵਿੱਚ ਹੀ ਪੜ੍ਹਦਾ ਸੀ। ਉਸ ਦਾ ਨਾਂ ਰੋਹਿਤ ਸੀ। ਰੋਹਿਤ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ, ਪਰ ਜਿਵੇਂ ਹੀ ਤੂੰ ਕਾਲਜ 'ਚ ਐਡਮਿਸ਼ਨ ਲਿਆ ਉਸ ਦੀ ਮੁਹੱਬਤ ਉਸ ਨਾਲ ਘੱਟ ਹੋਣ ਲੱਗੀ ਤੇ ਉਹ ਤੇਰਾ دیਵਾਨਾ ਬਣ ਬੈਠਾ ਸੀ। ਇੱਕ ਦਿਨ ਮੇਰੀ ਤੇ ਉਸ ਦੀ ਕਿਸੇ ਗੱਲ ਤੇ ਲੜਾਈ ਹੋ ਗਈ। ਉਸਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਉਹ ਜੋਤੀ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਕਰੇਗਾ ਤੇ ਉਸ ਦਿਨ ਉਹ ਤੇਰੇ ਤੋਂ ਆਪਣੀ ਮੁਹੱਬਤ ਦਾ ਇਜ਼ਹਾਰ ਕਰਨ ਆ ਰਿਹਾ ਸੀ। ਪਰ ਰਸਤੇ 'ਚ ਹੀ ਉਸ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਉਸ ਦਿਨ ਤੋਂ ਹੀ ਖੁਸ਼ੀਆਂ ਨੇ ਮੇਰੀ ਜ਼ਿੰਦਗੀ ਤੋਂ ਮੁੱਖ ਮੋੜ ਲਿਆ। ਜਿਸ ਦਿਨ ਰੋਹਿਤ ਇਸ ਦੁਨੀਆ ਤੋਂ ਗਿਆ ਸੀ, ਮੈਂ ਸੋਚ ਲਿਆ ਸੀ ਕਿ ਮੈਂ ਤੇਰੀ ਜ਼ਿੰਦਗੀ 'ਚ ਆਉਣ ਵਾਲੀ ਹਰ ਖੁਸ਼ੀ ਨੂੰ ਮਿਟਾ ਕੇ ਰਹਾਂਗੀ ਤੇ ਇਸ ਲਈ ਮੈਂ ਤੇਰੇ ਮੰਗੇਤਰ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾਇਆ ਤੇ ਤੇਰਾ ਉਸ ਤੋਂ ਰਿਸ਼ਤਾ ਤੁੜਵਾ ਦਿੱਤਾ। ਪਰ ਜਦੋਂ ਮੈਨੂੰ ਪਤਾ ਚੱਲਿਆ ਕਿ ਤੂੰ ਤੇ ਧੀਰਜ ਇੱਕ ਦੂਜੇ ਨਾਲ ਮੁਹੱਬਤ ਕਰਦੇ ਹੋ ਤੇ ਤੁਸੀਂ ਵਿਆਹ ਵੀ ਕਰ ਲਿਆ ਹੈ, ਤਾਂ ਮੇਰੇ ਅੰਦਰ ਦੀ ਨਫ਼ਰਤ ਇੱਕ ਵਾਰ ਫਿਰ ਤੋਂ ਭੜਕ ਉੱਠੀ ਸੀ। ਬਾਅਦ 'ਚ ਮੈਨੂੰ ਪਤਾ ਲੱਗਿਆ ਕਿ ਧੀਰਜ ਦੀ ਭਾਬੀ ਮੇਰੀ ਮੰਮੀ ਦੀ ਸਹੇਲੀ ਹੈ ਤੇ ਫਿਰ ਮੈਂ ਤੇਰੀ ਜਠਾਣੀ ਦੇ ਜ਼ਰੀਏ ਤੈਨੂੰ ਰਸਤੇ ਤੋਂ ਹਟਾਉਣ ਦਾ ਪਲਾਨ ਬਣਾਇਆ। ਤੇਰੀ ਜਠਾਣੀ ਤੈਨੂੰ ਨਫ਼ਰਤ ਕਰਦੀ ਹੈ ਤੇ ਤੇਰੇ ਤੋਂ ਪਿੱਛਾ ਛੁਡਾਉਣਾ ਚਾਹੁੰਦੀ ਹੈ, ਇਸ ਲਈ ਉਹ ਮੇਰੇ ਪਲਾਨ ਵਿੱਚ ਬਹੁਤ ਹੀ ਖੁਸ਼ੀ-ਖੁਸ਼ੀ ਸ਼ਾਮਲ ਹੋ ਗਈ। ਧੀਰਜ ਨੇ ਨਫ਼ਰਤ ਭਰੀ ਨਿਗਾਹ ਆਪਣੀ ਭਾਬੀ ਤੇ ਪਾਈ ਤੇ ਭਾਬੀ ਨੂੰ ਕਿਹਾ, ਮੈਂ ਤਾਂ ਤੁਹਾਨੂੰ ਮਾਂ ਦਾ ਦਰਜਾ ਦਿੱਤਾ ਸੀ ਤੇ ਤੁਸੀਂ ਹੀ
ਮੇਰੀਆਂ ਖੁਸ਼ੀਆਂ ਨੂੰ ਅੱਗ ਲਗਾਉਣ ਬਾਰੇ ਸੋਚਿਆ। ਤੁਸੀਂ ਜਾਣਦੇ ਹੋ ਨਾ ਕਿ ਮੈਂ ਜੋਤੀ ਨਾਲ ਕਿੰਨਾ ਪਿਆਰ ਕਰਦਾ ਹਾਂ ਤੇ ਤੁਸੀਂ ਮੈਨੂੰ ਤੇ ਜੋਤੀ ਨੂੰ ਵੱਖ ਕਰਨਾ ਚਾਹੁੰਦੇ ਸੀ। ਮੇਰੇ ਪਤੀ ਨੇ ਫਿਰ ਕੋਈ ਵੀ ਗੱਲ ਨਹੀਂ ਕੀਤੀ ਤੇ ਕਮਰੇ 'ਚ ਚਲਾ ਗਿਆ। ਬਾਅਦ ਵਿੱਚ ਮੇਰੇ ਪਤੀ ਨੇ ਮੈਥੋਂ ਆਪਣੇ ਉਸ ਬੁਰੇ ਰਵੱਈਏ ਲਈ ਮਾਫੀ ਮੰਗੀ। ਮੈਂ ਉਸ ਨੂੰ ਆਪਣੀ ਸਾਰੀ ਰਿਪੋਰਟ ਬਾਰੇ ਦੱਸਿਆ ਤਾਂ ਉਸਨੇ ਕਿਹਾ ਕਿ ਤੂੰ ਮੈਨੂੰ ਪਹਿਲਾਂ ਇਸ ਬਾਰੇ ਕਿਉਂ ਨਹੀਂ ਦੱਸਿਆ। ਮੈਂ ਕਹਿਣ ਲੱਗੀ ਕਿ ਤੁਸੀਂ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਕਰਦੇ, ਕਿਉਂਕਿ ਪਹਿਲਾਂ ਵੀ ਤਾਂ ਮੇਰੀ ਰਿਪੋਰਟ ਬਾਰੇ ਮੈਨੂੰ ਝੂਠਾ ਠਹਿਰਾ ਚੁੱਕੇ ਸੀ ਤੇ ਅਗਲੇ ਹੀ ਪਲ ਧੀਰਜ ਨੇ ਉਹ ਘਰ ਛੱਡ ਦਿੱਤਾ ਤੇ ਮੈਨੂੰ ਲੈ ਕੇ ਵੱਖਰੇ ਘਰ 'ਚ ਆ ਗਏ। ਤੇ ਫਿਰ 1 ਸਾਲ ਬਾਅਦ ਹੀ ਮੈਂ 2 ਜੁੜਵਾ ਬੱਚਿਆਂ ਨੂੰ ਜਨਮ ਦਿੱਤਾ, ਇੱਕ ਮੁੰਡਾ ਤੇ ਇੱਕ ਪਿਆਰੀ ਜਿਹੀ ਕੁੜੀ। ਵਾਹਿਗੁਰੂ ਨੇ ਸਾਡੇ ਪਰਿਵਾਰ ਨੂੰ ਪੂਰਾ ਕਰ ਦਿੱਤਾ ਤੇ ਅੱਜ ਮੈਂ ਬਹੁਤ ਖੁਸ਼ੀ ਆਪਣੇ ਪਤੀ ਤੇ ਆਪਣੇ ਬੱਚਿਆਂ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਰਹੀ ਹਾਂ। ਤਾਂ ਦੋਸਤੋ, ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? ਕਮੈਂਟ ਕਰਕੇ ਜ਼ਰੂਰ ਦੱਸਣਾ।